ਨਮਸਕਾਰ ਵਿਦਿਆਰਥੀਓ। ਅੱਜ ਅਸੀਂ ਇਤਿਹਾਸ ਦੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਚਰਚਾ ਕਰਾਂਗੇ, ਰੂਸੀ ਕ੍ਰਾਂਤੀ। ਇਹ 20ਵੀਂ ਸਦੀ ਦੀਆਂ ਉਹਨਾਂ ਘਟਨਾਵਾਂ ਵਿੱਚੋਂ ਇੱਕ ਹੈ ਜਿਸ ਨੇ ਨਾ ਸਿਰਫ ਇੱਕ ਦੇਸ਼ ਸਗੋਂ ਪੂਰੀ ਦੁਨੀਆ ਦੇ ਇਤਿਹਾਸ ਨੂੰ ਹਮੇਸ਼ਾ ਲਈ ਬਦਲ ਦਿੱਤਾ। ਆਓ ਇਸ ਸਵਾਲ ਦੀ ਤਹਿ ਤੱਕ ਚਲੀਏ। ਇਸ ਕ੍ਰਾਂਤੀ ਨੂੰ ਸਮਝਣ ਲਈ ਸਾਨੂੰ ਇਹ ਜਾਣਨਾ ਪਵੇਗਾ ਕਿ ਇਸ ਦੀਆਂ ਜੜ੍ਹਾਂ ਸਿਰਫ ਰੂਸ ਵਿੱਚ ਨਹੀਂ ਸਨ, ਸਗੋਂ ਪੂਰੇ ਯੂਰਪ ਵਿੱਚ ਫੈਲ ਰਹੇ ਨਵੇਂ-ਨਵੇਂ ਸਿਆਸੀ ਵਿਚਾਰਾਂ ਵਿੱਚ ਸਨ। ਤਾਂ ਆਓ ਇਹਨਾਂ ਵਿਚਾਰਾਂ ਨੂੰ ਵਿਸਥਾਰ ਨਾਲ ਸਮਝਦੇ ਹਾਂ। ਤਾਂ ਜੋ ਸਾਨੂੰ ਪੂਰੀ ਤਰ੍ਹਾਂ ਸਮਝ ਆ ਸਕੇ, ਅਸੀਂ ਇਸ ਵਿਸ਼ੇ ਨੂੰ 5 ਹਿੱਸਿਆਂ ਵਿੱਚ ਵੰਡ ਕੇ ਪੜਾਂਗੇ। ਸਭ ਤੋਂ ਪਹਿਲਾਂ ਯੂਰਪ ਦੇ ਨਵੇਂ ਵਿਚਾਰ ਕੀ ਸਨ, ਫਿਰ ਰੂਸ ਦੇ ਅੰਦਰੂਨੀ ਹਾਲਾਤ ਕਿਹੋ ਜਿਹੇ ਸਨ, ਉਸ ਤੋਂ ਬਾਅਦ 1917 ਦਾ ਉਹ ਇਤਿਹਾਸਿਕ ਸਾਲ, ਫਿਰ ਸਮਾਜਵਾਦੀ ਰਾਜ ਦੀ ਸਥਾਪਨਾ ਕਿਵੇਂ ਹੋਈ ਅਤੇ ਅਖੀਰ ਵਿੱਚ ਇਸ ਕ੍ਰਾਂਤੀ ਦਾ ਪੂਰੇ ਵਿਸ਼ਵ ਤੇ ਕੀ ਅਸਰ ਪਿਆ। ਤਾਂ ਸਾਡੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 19ਵੀਂ ਸਦੀ ਦੇ ਯੂਰਪ ਤੋਂ। ਦੇਖੋ, ਫਰਾਂਸੀਸੀ ਕ੍ਰਾਂਤੀ ਹੋ ਚੁੱਕੀ ਸੀ ਅਤੇ ਉਸ ਤੋਂ ਬਾਅਦ ਪੁਰਾਣੇ ਰਾਜਸ਼ਾਹੀ ਢਾਂਚੇ ਤੇ ਸਵਾਲ ਚੁੱਕੇ ਜਾ ਰਹੇ ਸਨ। ਇਸੇ ਵਿਚਾਰਧਾਰਕ ਮੰਥਨ ਵਿੱਚੋਂ 3 ਮੁੱਖ ਸਿਆਸੀ ਵਿਚਾਰਧਾਰਾਵਾਂ ਉੱਭਰ ਕੇ ਸਾਹਮਣੇ ਆਈਆਂ। ਇਹਨਾਂ ਤਿੰਨਾਂ ਵਿਚਾਰਧਾਰਾਵਾਂ ਨੂੰ ਬਹੁਤ ਧਿਆਨ ਨਾਲ ਸਮਝਣਾ ਹੈ ਕਿਉਂਕਿ ਇਹ ਪ੍ਰੀਖਿਆ ਲਈ ਬਹੁਤ ਜ਼ਰੂਰੀ ਹਨ। ਪਹਿਲੇ ਸਨ ਉਦਾਰਵਾਦੀ, ਜੋ ਸੁਧਾਰਤਾ ਚਾਹੁੰਦੇ ਸਨ ਪਰ ਹੌਲੀ-ਹੌਲੀ। ਦੂਜੇ ਸਨ ਰੈਡੀਕਲ, ਜੋ ਬਹੁਮਤ ਦੀ ਸਰਕਾਰ ਤੇ ਤੇਜ਼ੀ ਨਾਲ ਬਦਲਾਅ ਚਾਹੁੰਦੇ ਸਨ। ਅਤੇ ਤੀਜੇ, ਜੋ ਸਾਡੇ ਵਿਸ਼ੇ ਲਈ ਸਭ ਤੋਂ ਮਹੱਤਵਪੂਰਨ ਹਨ, ਉਹ ਸਨ ਸਮਾਜਵਾਦੀ। ਇਹਨਾਂ ਦਾ ਮੰਨਣਾ ਸੀ ਕਿ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜੀ ਹੀ ਨਿੱਜੀ ਜਾਇਦਾਦ ਹੈ, ਇਸ ਲਈ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਕਿ ਸਮਾਜਵਾਦ ਦਾ ਕੇਂਦਰੀ ਸਿਧਾਂਤ ਕੀ ਸੀ। ਇਹ ਕਹਿੰਦਾ ਸੀ ਕਿ ਉਤਪਾਦਨ ਦੇ ਸਾਰੇ ਸਾਧਨਾਂ, ਜਿਵੇਂ ਫੈਕਟਰੀਆਂ ਜਾਂ ਜ਼ਮੀਨਾਂ, ਕਿਸੇ ਇੱਕ ਵਿਅਕਤੀ ਦਾ ਨਹੀਂ ਸਗੋਂ ਪੂਰੇ ਸਮਾਜ ਦਾ ਹੱਕ ਹੋਣਾ ਚਾਹੀਦਾ ਹੈ। ਇਹੀ ਵਿਚਾਰ ਸੀ ਜੋ ਅੱਗੇ ਜਾ ਕੇ ਰੂਸੀ ਕ੍ਰਾਂਤੀ ਦਾ ਆਧਾਰ ਬਣਿਆ। ਚਲੋ ਹੁਣ ਅਸੀਂ ਆਪਣੇ ਮੁੱਖ ਵਿਸ਼ੇ ਯਾਨੀ ਕਿ ਰੂਸ ਵੱਲ ਵਧਦੇ ਹਾਂ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਯੂਰਪੀ ਵਿਚਾਰ ਰੂਸ ਵਿੱਚ ਇੰਨੇ ਜ਼ਿਆਦਾ ਕਿਉਂ ਫੈਲੇ। ਇਸ ਦਾ ਜਵਾਬ ਸਾਨੂੰ ਉਸ ਸਮੇਂ ਦੇ ਰੂਸ ਦੇ ਸਮਾਜਿਕ ਅਤੇ ਆਰਥਿਕ ਹਾਲਾਤਾਂ ਵਿੱਚ ਮਿਲੇਗਾ। ਇਹ ਅੰਕੜਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਇਸ ਨੂੰ ਨੋਟ ਕਰ ਲਓ। 20ਵੀਂ ਸਦੀ ਦੇ ਸ਼ੁਰੂ ਵਿੱਚ ਰੂਸ ਦੀ ਲਗਭਗ 85% ਆਬਾਦੀ ਖੇਤੀਬਾੜੀ ਤੇ ਨਿਰਭਰ ਕਰਦੀ ਸੀ, ਪਰ ਮੁਸ਼ਕਿਲ ਇਹ ਸੀ ਕਿ ਜ਼ਿਆਦਾਤਰ ਜ਼ਮੀਨ ਕੁਲੀਨ ਵਰਗ ਯਾਨੀ ਕਿ ਅਮੀਰਾਂ ਅਤੇ ਚਰਚ ਦੇ ਕੋਲ ਸੀ। ਇਸ ਕਰਕੇ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ। ਕਿਸਾਨਾਂ ਦੀ ਤਾਂ ਹਾਲਤ ਮਾੜੀ ਸੀ ਹੀ, ਪਰ ਸ਼ਹਿਰਾਂ ਵਿੱਚ ਜੋ ਉਦਯੋਗਿਕ ਮਜ਼ਦੂਰ ਸਨ, ਉਹਨਾਂ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਸੀ। ਉਹਨਾਂ ਤੋਂ 10 ਤੋਂ 15 ਘੰਟੇ ਕੰਮ ਲਿਆ ਜਾਂਦਾ ਸੀ, ਤਨਖਾਹਾਂ ਬਹੁਤ ਘੱਟ ਸਨ ਅਤੇ ਉਹਨਾਂ ਨੂੰ ਰਹਿਣ ਲਈ ਬਹੁਤ ਤੰਗ ਥਾਵਾਂ ਮਿਲਦੀਆਂ ਸਨ। ਇਹ ਹਾਲਾਤ ਇੱਕ ਤਰ੍ਹਾਂ ਨਾਲ ਕ੍ਰਾਂਤੀ ਲਈ ਬਾਰੂਦੀ ਢੇਰ ਤਿਆਰ ਕਰ ਰਹੇ ਸਨ। 1904 ਤੋਂ 1914 ਤੱਕ ਦਾ ਇਹ ਜੋ ਦਹਾਕਾ ਸੀ, ਇਹ ਬਹੁਤ ਹੀ ਨਾਜ਼ੁਕ ਸੀ। 1904 ਵਿੱਚ ਮਹਿੰਗਾਈ ਬਹੁਤ ਵੱਧ ਗਈ। 1905 ਵਿੱਚ ਇੱਕ ਕ੍ਰਾਂਤੀ ਦੀ ਕੋਸ਼ਿਸ਼ ਹੋਈ ਜਿਸ ਨੂੰ ਖੂਨੀ ਐਤਵਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪਰ ਉਹ ਅਸਫਲ ਰਹੀ। ਅਤੇ ਫਿਰ 1914 ਵਿੱਚ ਰੂਸ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ, ਜਿਸ ਨੇ ਸਾਮਰਾਜ ਦੇ ਪਤਨ ਨੂੰ ਲਗਭਗ ਤੈਅ ਕਰ ਦਿੱਤਾ। ਪਹਿਲੇ ਵਿਸ਼ਵ ਯੁੱਧ ਦਾ ਜੋ ਬੇਹੱਦ ਦਬਾਅ ਸੀ, ਉਹ ਇੱਕ ਤਰ੍ਹਾਂ ਨਾਲ ਬਾਰੂਦ ਦੇ ਢੇਰ ਤੇ ਆਖਰੀ ਚਿੰਗਾਰੀ ਸਾਬਿਤ ਹੋਇਆ। ਤੁਸੀਂ ਅੰਦਾਜ਼ਾ ਲਗਾਓ, 1917 ਤੱਕ ਪਹਿਲੇ ਵਿਸ਼ਵ ਯੁੱਧ ਨੇ ਰੂਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਲਗਭਗ 70 ਲੱਖ ਸੈਨਿਕ ਮਾਰੇ ਜਾ ਚੁੱਕੇ ਸਨ ਜਾਂ ਜ਼ਖਮੀ ਸਨ। ਉਦਯੋਗ ਬੰਦ ਹੋ ਰਹੇ ਸਨ ਅਤੇ ਦੇਸ਼ ਵਿੱਚ ਭੋਜਨ ਦੀ ਭਾਰੀ ਕਮੀ ਹੋ ਗਈ ਸੀ। ਇਸ ਮਾਹੌਲ ਵਿੱਚ ਜ਼ਾਰ ਦੀ ਸਰਕਾਰ ਪੂਰੀ ਤਰ੍ਹਾਂ ਬੇਅਸਰ ਹੋ ਚੁੱਕੀ ਸੀ। ਇਹ ਬਹੁਤ ਹੀ ਮਹੱਤਵਪੂਰਨ ਬਿੰਦੂ ਹੈ। ਅਕਸਰ ਪ੍ਰੀਖਿਆ ਵਿੱਚ ਪੁੱਛਿਆ ਜਾਂਦਾ ਹੈ ਕਿ 1917 ਵਿੱਚ ਇੱਕ ਨਹੀਂ ਬਲਕਿ 2 ਕ੍ਰਾਂਤੀਆਂ ਹੋਈਆਂ ਸਨ। ਪਹਿਲੀ ਸੀ ਫਰਵਰੀ ਕ੍ਰਾਂਤੀ, ਜਿਸ ਨੇ ਰਾਜਤੰਤਰ ਦਾ ਅੰਤ ਕਰ ਦਿੱਤਾ, ਔਰ ਦੂਜੀ ਸੀ ਅਕਤੂਬਰ ਕ੍ਰਾਂਤੀ, ਜਿਸ ਵਿੱਚ ਲੈਨਿਨ ਦੀ ਅਗਵਾਈ ਹੇਠ ਬੋਲਸ਼ੇਵਿਕ ਪਾਰਟੀ ਨੇ ਅਸਥਾਈ ਸਰਕਾਰ ਨੂੰ ਹਟਾ ਕੇ ਸੱਤਾ ਤੇ ਕਬਜ਼ਾ ਕਰ ਲਿਆ। ਜਦੋਂ ਅਕਤੂਬਰ ਕ੍ਰਾਂਤੀ ਹੋ ਗਈ ਤਾਂ ਸੱਤਾ ਸਿੱਧੀ ਵਲਾਦੀਮੀਰ ਲੈਨਿਨ ਅਤੇ ਉਹਨਾਂ ਦੀ ਬੋਲਸ਼ੇਵਿਕ ਪਾਰਟੀ ਦੇ ਹੱਥਾਂ ਵਿੱਚ ਆ ਗਈ। ਉਹਨਾਂ ਦਾ ਮਕਸਦ ਬਿਲਕੁਲ ਸਾਫ਼ ਸੀ, ਰੂਸ ਵਿੱਚ ਦੁਨੀਆ ਦਾ ਪਹਿਲਾ ਸਮਾਜਵਾਦੀ ਰਾਜ ਕਾਇਮ ਕਰਨਾ। ਉਹਨਾਂ ਨੇ ਸੱਤਾ ਵਿੱਚ ਆਉਂਦਿਆਂ ਹੀ ਬਹੁਤ ਤੇਜ਼ੀ ਨਾਲ ਕਦਮ ਚੁੱਕੇ। ਸਾਰੇ ਬੈਂਕਾਂ ਅਤੇ ਵੱਡੇ ਉਦਯੋਗਾਂ ਨੂੰ ਸਰਕਾਰੀ ਕੰਟਰੋਲ ਹੇਠ ਲੈ ਲਿਆ, ਜ਼ਮੀਨ ਨੂੰ ਸਾਰੇ ਸਮਾਜ ਦੀ ਸੰਪਤੀ ਐਲਾਨ ਦਿੱਤਾ, ਨਿੱਜੀ ਜਾਇਦਾਦ ਰੱਖਣ ਦਾ ਅਧਿਕਾਰ ਹੀ ਖਤਮ ਕਰ ਦਿੱਤਾ ਅਤੇ ਸਾਰੇ ਪੁਰਾਣੇ ਸ਼ਾਹੀ ਖਿਤਾਬਾਂ ਤੇ ਪਾਬੰਦੀ ਲਗਾ ਦਿੱਤੀ। ਇਹ ਪੁਰਾਣੇ ਢਾਂਚੇ ਤੇ ਇੱਕ ਸਿੱਧਾ ਅਤੇ ਬਹੁਤ ਵੱਡਾ ਹਮਲਾ ਸੀ। ਪਰ ਇਹ ਬਦਲਾਅ ਇੰਨਾ ਸੌਖਾ ਨਹੀਂ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਰੂਸ ਵਿੱਚ ਇੱਕ ਬਹੁਤ ਹੀ ਭਿਆਨਕ ਘਰੇਲੂ ਯੁੱਧ ਯਾਨੀ ਕਿ ਸਿਵਲ ਵਾਰ ਛਿੜ ਗਿਆ।
ਇੱਕ ਪਾਸੇ ਸਨ ਬੋਲਸ਼ੇਵਿਕ, ਜਿਨ੍ਹਾਂ ਨੂੰ ਰੈਡਸ ਕਿਹਾ ਜਾਂਦਾ ਸੀ, ਅਤੇ ਦੂਜੇ ਪਾਸੇ ਸਨ ਜ਼ਾਰ ਦੇ ਸਮਰਥਕ ਵਾਈਟਸ ਅਤੇ ਸਮਾਜਵਾਦੀ ਕ੍ਰਾਂਤੀਕਾਰੀ ਗ੍ਰੀਨਜ਼। ਵਾਈਟਸ ਅਤੇ ਗ੍ਰੀਨਜ਼ ਨੂੰ ਬ੍ਰਿਟੇਨ ਅਤੇ ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਦੀ ਮਦਦ ਵੀ ਮਿਲ ਰਹੀ ਸੀ। ਬੋਲਸ਼ੇਵਿਕਾਂ ਦੀ ਜਿੱਤ ਨੇ ਸਿਰਫ ਰੂਸ ਦਾ ਹੀ ਨਕਸ਼ਾ ਨਹੀਂ ਬਦਲਿਆ, ਇਸ ਨੇ ਤਾਂ ਪੂਰੀ ਦੁਨੀਆ ਵਿੱਚ ਇੱਕ ਤਰ੍ਹਾਂ ਦੀ ਹਲਚਲ ਮਚਾ ਦਿੱਤੀ। ਇਸ ਕ੍ਰਾਂਤੀ ਦੀ ਸਫਲਤਾ ਨੇ ਕੀ ਕੀਤਾ? ਇਸ ਨੇ ਦੁਨੀਆ ਭਰ ਦੇ ਮਜ਼ਦੂਰਾਂ ਅਤੇ ਬਸਤੀਵਾਦ ਦੇ ਖਿਲਾਫ ਲੜ ਰਹੇ ਅੰਦੋਲਨਾਂ ਨੂੰ ਇੱਕ ਨਵਾਂ ਰਾਹ ਦਿਖਾਇਆ। ਦੂਜੇ ਪਾਸੇ ਇਸ ਨੇ ਅਮਰੀਕਾ ਵਰਗੇ ਪੂੰਜੀਵਾਦੀ ਦੇਸ਼ਾਂ ਦੇ ਮਨ ਵਿੱਚ ਇੱਕ ਡਰ ਪੈਦਾ ਕਰ ਦਿੱਤਾ, ਜਿਸ ਨੇ ਅੱਗੇ ਜਾ ਕੇ ਸ਼ੀਤ ਯੁੱਧ ਯਾਨੀ ਕਿ ਕੋਲਡ ਵਾਰ ਦੀ ਨੀਂਹ ਰੱਖੀ। ਸੋਚ ਕੇ ਦੇਖੋ, ਦੁਨੀਆ ਭਰ ਦੇ ਜਿੰਨੇ ਵੀ ਸ਼ੋਸ਼ਿਤ ਲੋਕ ਸਨ, ਉਹਨਾਂ ਲਈ ਸੋਵੀਅਤ ਯੂਨੀਅਨ ਦਾ ਬਣਨਾ ਇੱਕ ਉਮੀਦ ਦੀ ਕਿਰਨ ਵਾਂਗ ਸੀ। ਉਹਨਾਂ ਨੂੰ ਲੱਗਣ ਲੱਗਾ ਕਿ ਇੱਕ ਅਜਿਹਾ ਮਜ਼ਦੂਰਾਂ ਦਾ ਰਾਜ ਸੱਚਮੁੱਚ ਸੰਭਵ ਹੈ, ਜਿੱਥੇ ਬਰਾਬਰੀ ਹੋਵੇਗੀ ਅਤੇ ਕੋਈ ਸ਼ੋਸ਼ਣ ਨਹੀਂ ਹੋਵੇਗਾ। ਇਸ ਤਰ੍ਹਾਂ ਰੂਸੀ ਕ੍ਰਾਂਤੀ ਸਾਨੂੰ ਇੱਕ ਅਜਿਹੀ ਵਿਰਾਸਤ ਦੇ ਕੇ ਜਾਂਦੀ ਹੈ ਜੋ ਸਾਨੂੰ ਪ੍ਰੇਰਣਾ ਵੀ ਦਿੰਦੀ ਹੈ ਤੇ ਨਾਲ ਹੀ ਇੱਕ ਚੇਤਾਵਨੀ ਵੀ। ਇਹ ਸਾਨੂੰ ਇਸ ਸਵਾਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਕ੍ਰਾਂਤੀਕਾਰੀ ਬਦਲਾਅ ਦੀ ਅਸਲ ਕੀਮਤ ਕੀ ਹੁੰਦੀ ਹੈ। ਇਹਨਾਂ ਸਾਰੇ ਨੁਕਤਿਆਂ ਨੂੰ ਆਪਣੀ ਪ੍ਰੀਖਿਆ ਲਈ ਯਾਦ ਰੱਖਣਾ। ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਅਤੇ ਲੈਕਚਰਾਰ ਲਈ। ਯਾਦ ਰੱਖੋ, ਸਫਲਤਾ ਲਈ ਲਗਾਤਾਰ ਮਿਹਨਤ ਹੀ ਸਭ ਤੋਂ ਵੱਡਾ ਹਥਿਆਰ ਹੈ।